ਵੈਲ ਹਾਈ ਗਾਇਜ਼, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ ਹਰਪ੍ਰੀਤ ਬਲੌਗ 'ਚ। ਸੋ ਸਭ ਤੋਂ ਪਹਿਲਾਂ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਇਸੇ ਕਰਕੇ ਰੂਬਰੂ ਹੋਏ ਹਾਂ ਕਿ ਅਸੀਂ ਲਾਕਡਾਊਨ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਲਾਕਡਾਊਨ ਦੇ ਗੁਜ਼ਰਦੇ ਹੋਏ ਸਾਡੇ ਦਿਮਾਗ ਵਿੱਚ ਕਈ ਚੀਜ਼ਾਂ ਆਉਂਦੀਆਂ ਕਿ ਲਾਕਡਾਊਨ ਹੋਣਾ ਚਾਹੀਦਾ ਹੈ, ਲਾਕਡਾਊਨ ਹੋਣਾ ਨਹੀਂ ਚਾਹੀਦਾ। ਸੋ ਇਸੇ ਹੀ ਰਿਗਾਰਡਿੰਗ ਅੱਜ ਅਸੀਂ ਕੁਝ ਗੱਲਾਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਅੱਜ ਦਾ ਸਾਡਾ ਵਿਸ਼ਾ ਹੈ ਲਾਕਡਾਊਨ ਦੇ ਸਾਈਡ ਇਫੈਕਟ। ਅੱਜ ਦਾ ਸਾਡਾ ਜੋ ਟੌਪਿਕ ਹੈ ਉਹ ਹੈ ਲਾਕਡਾਊਨ ਦੇ ਸਾਈਡ ਇਫੈਕਟ, ਕਿਉਂਕਿ ਪੰਜਾਬ ਦੇ ਵਿੱਚ ਲਗਭਗ 1 ਮਹੀਨੇ ਤੋਂ ਉੱਪਰ ਹੋ ਚੱਲਿਆ ਲਾਕਡਾਊਨ ਲੱਗੇ ਨੂੰ, ਔਰ ਹਰ ਇੱਕ ਦੇ ਮਨ ਵਿੱਚ ਹੁਣ ਇਹ ਖਿਆਲ ਆਉਂਦਾ ਹੈ ਕਿ ਹੁਣ ਲਾਕਡਾਊਨ ਦਾ ਖਾਤਮਾ ਹੋ ਜਾਣਾ ਚਾਹੀਦਾ ਹੈ। ਪਰ ਜੋ ਬਿਮਾਰੀ ਕੋਵਿਡ-19 ਉਹ ਲਗਾਤਾਰ ਆਪਣੀ ਚਰਮ ਸੀਮਾ ਵੱਲ ਵਧਦੀ ਹੋਈ ਹਰ ਇੱਕ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ। ਇਸ ਦੌਰ ਜੋ ਕਿ ਇਹ ਦੌਰ ਹੈਗਾ ਕੋਵਿਡ-19 ਕਰੋਨਾ ਵਾਇਰਸ ਦੇ ਕਰਕੇ ਲੱਖਾਂ ਲੋਕਾਂ ਦੀ ਜਾਨ ਹੁਣ ਤੱਕ ਜਾ ਚੁੱਕੀ ਹੈ ਅਤੇ ਹੁਣ ਵੀ ਇਹ ਬਿਮਾਰੀ ਦਿਨ ਪ੍ਰਤੀ ਦਿਨ ਲੋਕਾਂ ਨੂੰ ਆਪਣੀ ਚਪੇਟ ਵਿੱਚ ਲਗਾਤਾਰ ਲੈਂਦੀ ਜਾ ਰਹੀ ਹੈ। ਲੋਕਡਾਊਨ ਦਾ ਜਿਹੜਾ ਸਭ ਤੋਂ ਜ਼ਿਆਦਾ ਪਹਿਲਾ ਜਿਹੜਾ ਇਫੈਕਟ ਮੇਰੇ ਹਿਸਾਬ ਦੇ ਨਾਲ ਇਹ ਹੈ ਕਿ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਪੈ ਰਿਹਾ, ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਆ, ਠੀਕ ਹੈ ਨਾ। ਤੇ ਉਹਨਾਂ ਨੂੰ ਪ੍ਰੋਪਰ ਇੱਕ ਗਾਈਡਨੈਸ ਨਹੀਂ ਮਿਲ ਰਹੀ, ਕਿਉਂਕਿ ਆਨਲਾਈਨ ਟੀਚਰ ਪੜ੍ਹਾ ਰਹੇ ਆ ਪਰ ਪ੍ਰੋਪਰ ਉਹ ਚੀਜ਼ ਨਹੀਂ ਹੋ ਸਕਦੀ। ਕਿਉਂਕਿ ਇੱਕ এনवायरमेंट ਹੁੰਦਾ ਹਨਾ, ਇੱਕ ਬੱਚਿਆਂ ਦਾ ਇੱਕ ਮਤਲਬ ਬੱਚੇ ਬੈਠੇ ਆ ਕਲਾਸ ਦੇ ਵਿੱਚ ਬੈਠੇ, ਟੀਚਰ ਫੇਸ ਟੂ ਫੇਸ ਪੜ੍ਹਾ ਰਿਹਾ ਹਨਾ, ਤੇ ਬਲੈਕ ਬੋਰਡ ਤੇ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਬੰਦਾ ਪੁੱਛ ਸਕਦਾ ਹਾਂਜੀ ਕਿ ਸਰ ਇਹ ਵਿੱਚ ਕੀ ਆ ਹਨਾ। ਤਾਂ ਮਤਲਬ ਉਹ ਚੀਜ਼ ਦੇ ਨਾਲ ਦੇਖਿਆ ਜਾਵੇ ਤਾਂ ਸਰਕਾਰ ਆਪਣੇ ਵੱਲੋਂ ਕਰ ਰਹੀ ਹੈ ਕਿ ਚਲੋ ਆਨਲਾਈਨ ਦੀ ਸੁਵਿਧਾ ਦਿੱਤੀ ਕਿ ਚਲੋ ਟੀਚਰ ਆਨਲਾਈਨ ਪੜਾਉਣ, ਪਰ ਮੇਰੇ ਹਿਸਾਬ ਦੇ ਨਾਲ ਇਹ ਚੀਜ਼ ਇੰਨੀ ਇਫੈਕਟਿਵ ਨਹੀਂ ਰਹੂ, ਕਿਉਂਕਿ ਬੱਚਿਆਂ ਦਾ ਟਾਈਮ ਵੇਸਟ ਹੋ ਰਿਹਾ ਵਾ, ਬੱਚਿਆਂ ਦੀ ਸਟੱਡੀ ਵੀ ਪਿੱਛੇ ਜਾ ਰਹੀ ਆ। ਸਭ ਤੋਂ ਜ਼ਿਆਦਾ ਜੋ ਕਿ ਏਰੀਆ ਜੋ ਸਟੂਡੈਂਟਸ ਦਾ ਉਹ ਹੈਗਾ ਪਿੰਡੂ ਏਰੀਆ, ਔਰ ਪਿੰਡੂ ਏਰੀਆ ਦੇ ਵਿੱਚ ਮੋਸਟਲੀ ਹੀ ਨੈਟਵਰਕ ਦੀ ਪ੍ਰੋਬਲਮ ਆਉਂਦੀ, ਜਿਸ ਕਰਕੇ ਕਿ ਬੱਚੇ ਨਹੀਂ ਪੜ ਸਕਦੇ। ਕਿਉਂਕਿ ਆਨਲਾਈਨ ਹੈ ਚੀਜ਼ ਬਹੁਤ ਵਧੀਆ, ਪਰ ਇਹ ਬਾਹਰਲੀ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਚੀਜ਼ ਹੈ, ਇਫੈਕਟਿਵ ਪੈ ਰਹੀ, ਕਿਉਂਕਿ ਉਹਨਾਂ ਦੇ ਵਿੱਚ ਸ਼ੁਰੂ ਤੋਂ ਬੱਚੇ ਨੂੰ ਆਨਲਾਈਨ ਹੀ ਪੜਾਇਆ ਜਾ ਰਿਹਾ ਹਨਾ, ਤੇ ਉਹਨਾਂ ਨੂੰ ਉਹ ਚੀਜ਼ ਔਖੀ ਨਹੀਂ ਲੱਗਦੀ, ਉਹਨਾਂ ਦਾ এনवायरमेंट ਹੀ ਉਦਾਂ ਦਾ ਬਣ ਜਾਂਦਾ। ਤੇ ਜਿਹੜਾ ਹੁਣ ਅੱਜ ਇੱਕ ਪਿੰਡੂ ਵਿੱਚ ਆਪਾਂ ਹੁਣ ਪਿੰਡ ਤੋਂ ਆਏ ਪੰਜਾਬ ਤੋਂ ਆ ਨਾ, ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਨੈਟਵਰਕ ਆ ਰਿਹਾ ਹਨਾ, ਤੇ ਇੱਕ ਤਾਂ ਟੀਚਰ ਵਾਸਤੇ ਵੀ ਔਖਾ ਹੋਇਆ। ਸਰਕਾਰ ਨੇ ਆਪਣੇ ਵੱਲੋਂ ਬਹੁਤ ਵਧੀਆ ਕਦਮ ਚੁੱਕਿਆ ਕਿ ਹਾਂ ਵੀ ਕਿ ਚਲੋ ਕਿ ਬੱਚਿਆਂ ਦੀ ਸਟੱਡੀ ਕਿਸੇ ਪਾਸਿਓਂ ਘੱਟ ਨਾ ਰਹੀ। ਸਭ ਤੋਂ ਪਹਿਲਾਂ ਹੁਣ ਅਸੀਂ ਸੈਕੰਡ ਨੰਬਰ ਤੇ ਗੱਲ ਕਰਦੇ ਹਾਂ ਕਿ ਸਭ ਤੋਂ ਜ਼ਿਆਦਾ ਜੋ ਨੁਕਸਾਨ ਆ ਉਹ ਹੈਗਾ ਮੈਡੀਕਲ ਫੀਲਡ ਦਾ। ਨਰਸਾਂ, ਸਟਾਫ ਨਰਸਿਸ, ਡਾਕਟਰ ਜੋ ਕਿ ਅੱਜ ਕੱਲ ਇਸ ਬਿਮਾਰੀ ਦੇ ਕਾਰਨ ਹਸਪੀਟਲ ਵਿੱਚ ਆਉਣਾ ਤਾਂ ਦੂਰ, ਪੇਸ਼ੈਂਟ ਨੂੰ ਚੈੱਕ ਕਰਨਾ ਵੀ ਉਹ ਜਿਹੜਾ ਕਿ ਮੁਮਕਿਨ ਨਹੀਂ ਸਮਝਦੇ। ਇੱਕ ਇਸੇ ਤਰ੍ਹਾਂ ਦਾ ਵਾਕਿਆ ਸੀਗਾ ਕਿ ਇੱਕ ਲੇਡੀ ਪ੍ਰੈਗਨੈਂਟ ਸੀ ਔਰ ਉਹਨੂੰ ਰਸਤੇ ਵਿੱਚ ਮਤਲਬ ਕਿ ਉਹਨੂੰ ਜਦੋਂ ਉਹਦੀ ਲੇਬਰ ਪੇਨ ਹੋਈ ਔਰ ਉਸਨੂੰ ਹਸਪੀਟਲ ਲੈ ਕੇ ਗਏ, ਡਾਕਟਰ ਨੇ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਇਸ ਦੀ ਡਿਲੀਵਰੀ ਨਹੀਂ ਕਰਨੀ। ਔਰ ਉਹ ਪੰਜਾਬ ਦੇ ਇਸੇ ਹੀ ਸੂਬੇ ਦੀ ਕਿਸੇ ਦੀ ਗੱਲ ਆ, ਔਰ ਪੁਲਿਸ ਮੁਲਾਜ਼ਮਾਂ ਨੇ ਉਸਦੀ ਮਤਲਬ ਕਿ ਰਸਤੇ ਦੇ ਵਿੱਚ ਹੀ ਪਿੰਡੂ ਔਰਤਾਂ ਦੇ ਨਾਲ ਲੈ ਕੇ ਉਸਦੀ ਡਿਲੀਵਰੀ ਕਰਾਈ। ਦੱਸੋ ਕੀ ਹਾਲਾਤ ਬਣੇ ਪਏ ਨੇ। ਜੇਕਰ ਇਸ ਡਾਕਟਰ ਨੂੰ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ, ਜੇਕਰ ਡਾਕਟਰ ਹੀ ਇਸ ਮਾੜੇ ਟਾਈਮ ਦੇ ਉੱਤੇ ਲੋਕਾਂ ਦਾ ਸਾਥ ਛੱਡ ਜਾਣਗੇ ਤਾਂ ਲੋਕਾਂ ਦਾ ਆਬਵੀਅਸਲੀ ਬੇੜਾ ਗਰਕ ਹੋਣਾ ਹੀ ਹੈ। ਚਲੋ ਇੱਕ ਚੀਜ਼ ਬਹੁਤ ਵਧੀਆ ਸਾਡੀ ਕੈਪਟਨ ਸਰਕਾਰ ਨੇ ਬਹੁਤ ਵਧੀਆ ਚੀਜ਼ ਕਹੀ ਕਿ ਡਾਕਟਰਾਂ ਉੱਤੇ ਇੱਕ ਨਕੇਲ ਕੱਸੀ ਹੈ ਕਿ ਉਹਨਾਂ ਨੇ ਕਿ ਦੱਸਿਆ ਕਿ ਕਿਸੇ ਵੀ ਤਰੀਕੇ ਦੀ ਕੋਈ ਆਪਾਂ ਮਦਦ ਦਵਾਂਗੇ, ਜੇ ਕੋਈ ਮਨਾ ਕਰਦਾ ਕਿਸੇ ਚੀਜ਼ ਦੇ ਉੱਤੇ ਸਖਤ ਕਾਰਵਾਈ ਹੋਗੀ। ਠੀਕ ਹੈ, ਚਲੋ ਡਾਕਟਰਾਂ ਪ੍ਰਮਾਤਮਾ ਦਾ ਜਿਹੜਾ ਦੱਸਿਆ ਕਿ ਪ੍ਰਮਾਤਮਾ ਦਾ ਰੂਪ ਕਿਹਾ ਗਿਆ ਹਨਾ, ਤੇ ਉਹਨਾਂ ਨੂੰ ਚਲੋ ਠੀਕ ਆ ਇਸ ਟਾਈਮ ਜੋ ਇਸ ਟਾਈਮ ਹਾਲਾਤ ਬਣ ਰਹੇ ਆ ਹਨਾ, ਜੇ ਅਸੀਂ ਉਹਨਾਂ ਦਾ ਸਾਥ ਨਹੀਂ ਦਵਾਂਗੇ ਹਨਾ, ਇੱਕ ਆਮ ਜਨਤਾ ਉਹਨੂੰ ਇੰਨੇ ਚੀਜ਼ ਫੇਸ ਕਰਨਾ ਪੈ ਰਿਹਾ ਕਿ ਉਹ ਕੀ ਹੋਆ ਕਿਦਾਂ, ਜਿੱਦਾਂ ਹੁਣ ਦੱਸ ਰਿਹਾ ਕਿ ਇੱਕ ਖਬਰ ਆਈ ਸੀ ਹਨਾ, ਜੋ ਵੀ ਹੁਣ ਦੱਸਿਆ। ਤੇ ਚਲੋ ਬਹੁਤ ਵਧੀਆ ਗੱਲ, ਪੰਜਾਬ ਪੁਲਿਸ ਨੇ ਬਹੁਤ ਮਤਲਬ ਵਧੀਆ ਇਹ ਕੰਮ ਕੀਤਾ ਕਿ ਉਹਨਾਂ ਦੀ ਹੈਲਪ ਕੀਤੀ ਹਨਾ, ਉਹਦੇ ਵਿੱਚ ਇੱਕ ਨਾ ਵਧੀਆ ਸਿੱਖਿਆ ਵੀ ਮਿਲਦੀ ਹੈ। ਸਭ ਤੋਂ ਜ਼ਿਆਦਾ ਅਗਲੀ ਜੋ ਕਿ ਇੰਪੈਕਟ ਪਿਆ ਜਿਸ ਦੇ ਲਾਕਡਾਊਨ ਦਾ ਉਹ ਹੈ ਗਰੀਬ ਜਨਤਾ, ਜਿਨ੍ਹਾਂ ਨੂੰ ਕਿ ਅਸੀਂ ਫੂਡ ਹੀ ਨਹੀਂ ਪ੍ਰੋਵਾਈਡ ਹੁੰਦਾ ਪਿਆ ਆ। ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕੀ ਕੁਆਰੰਟਾਈਨ ਵੀ ਕੀਤੇ ਗਏ ਆ ਸਕੂਲਾਂ, ਕਾਲਜ, ਹੋਸਟਲਾਂ ਵਿੱਚ, ਉਹਨਾਂ ਨੂੰ ਪ੍ਰੋਪਰ ਤਰ੍ਹਾਂ ਖਾਣਾ ਨਹੀਂ ਪੁੱਜਦਾ ਪਿਆ। ਉਸ ਤੋਂ ਇਲਾਵਾ ਉਹਨਾਂ ਦੀ ਤਾਂ ਗੱਲ ਛੱਡੋ, ਜੋ ਕਿ ਇੱਕ ਵਿਅਕਤੀ ਜੋ ਇੱਕ ਦਿਹਾੜੀ ਲਾਉਂਦਾ, ਅਸੀਂ ਗੱਲ ਕਰ ਲੈਨੇ ਇੱਕ ਮਜ਼ਦੂਰ ਦੀ, ਉਹ 500 ਰੁਪਇਆ ਜੇਕਰ ਦਿਹਾੜੀ ਦਾ ਲੈਂਦਾ ਤੇ ਉਸੇ 500 ਦੇ ਵਿੱਚ ਆਪਣਾ ਘਰ ਦਾ ਰਾਸ਼ਨ ਵੀ ਚਲਾਉਂਦਾ, ਸਭ ਕੁਝ
ਕਰਦਾ ਪਿਆ, ਪਰ ਉਹ ਹੁਣ ਲੋਕਡਾਊਨ ਦੇ ਕਾਰਨ ਉਹ ਕਿਤੇ ਜਾ ਕੇ ਕੰਮ ਨਹੀਂ ਕਰ ਸਕਦਾ ਪਿਆ, ਹੁਣ ਉਹਦੀ ਸੇਵਿੰਗ ਵੀ ਨਹੀਂ ਹੈਗੀ ਤਾਂ ਉਹਨੂੰ ਕਿਤੇ ਫੂਡ ਵੀ ਨਹੀਂ ਪ੍ਰੋਵਾਈਡ ਹੁੰਦਾ ਪਿਆ। ਸੋ ਸਰਕਾਰਾਂ ਨੂੰ ਅਤੇ ਸਾਡੇ ਮਤਲਬ ਕਿ ਜੋ ਵੀ ਸੂਬੇ ਦੇ ਲੋਕ ਆ ਉਹਨਾਂ ਨੂੰ ਚਾਹੀਦਾ ਕਿ ਉਹ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਦੀ ਮਦਦ ਲਈ ਅੱਗੇ ਆਉਣ। ਕਿਉਂਕਿ ਦੇਖਿਆ ਜਾਵੇ ਤਾਂ ਸਾਡੇ ਜੋ ਮੋਸਟਲੀ ਜ਼ਿਆਦਾਤਰ ਦਿਹਾੜੀਦਾਰ, ਗਰੀਬ ਜਨਤਾ, ਕੁਝ ਵੀ ਲਾ ਲਓ ਹਨਾ, ਕਿ ਉਹਨਾਂ ਨੇ ਉਹੀ ਮਿਹਨਤ ਨਾਲ ਕਰਨਾ ਤੇ ਉਹੀ ਖਾਣਾ ਹਨਾ। ਤੇ ਕੁਝ ਏਦਾਂ ਹਾਲਾਤ, ਮੈਂ ਇੱਕ ਚੀਜ਼ ਦੇਖੀ ਸੀ ਕਿ ਕਈ ਵਿਚਾਰੇ ਨਾ ਬੜੇ ਔਖੇ ਹੋਏ ਇਸ ਚੀਜ਼ ਦੇ, ਕਿਉਂਕਿ ਜਿਨ੍ਹਾਂ ਨੇ ਉਹ ਦਿਹਾੜੀ ਕਰਨੀ ਹੈ ਨਾ, ਉਹਨਾਂ ਦਾ ਕੰਮਕਾਰ ਵੀ ਸਭ ਕੁਝ ਠੱਪ ਹੋ ਗਿਆ। ਸਰਕਾਰ ਚਲੋ ਆਪਣੇ ਵੱਲੋਂ ਕਰ ਰਹੀ ਆ ਕੋਸ਼ਿਸ਼, ਜਿੱਦਾਂ ਵੀ ਕਰ ਰਹੀ ਹੈ, ਅਸੀਂ ਦੇਖਦੇ ਆ ਨਿਊਜ਼ ਤੇ ਵੀ ਦੇਖਦੇ ਆ ਕਿ ਸਰਕਾਰ ਅੱਗੇ ਬਹੁਤ ਕੁਝ ਅੱਗੇ ਵੱਧ ਕੇ ਆ ਰਹੀ ਹੈ ਨਾ, ਪਰ ਲੋਕਾਂ ਤੱਕ ਪਹੁੰਚ ਹੀ ਨਹੀਂ ਰਿਹਾ। ਉਹ ਰਸਤੇ 'ਚ ਹੀ ਪਤਾ ਨਹੀਂ ਕਿੱਥੇ ਸਭ ਕੁਝ ਹਜੇ ਵੀ ਕਰਪਟ ਹੋਈ ਜਾਂਦਾ। ਸਾਡੇ ਇੱਧਰ ਕਈ ਹੈਗੇ, ਸਾਡੇ ਇੱਥੇ ਲੋਕ ਇੱਧਰ ਹੈ ਜਿਹੜੇ ਆ ਕਿ ਉਹੀ ਖਾਣਾ ਤੋਂ ਹੀ ਕਮਾਉਣਾ ਹਨਾ। ਸਭ ਤੋਂ ਜ਼ਿਆਦਾ ਜੋ ਕਿ ਅਗਲਾ ਪ੍ਰਭਾਵ ਪਿਆ ਆ ਉਹ ਹੈ ਸ਼ਾਪ ਓਨਰਸ ਦੇ ਉੱਤੇ। ਜਿਵੇਂ ਕਿ ਸਰਕਾਰ ਨੇ, ਤੁਹਾਨੂੰ ਪਤਾ ਕਿ ਲਾਕਡਾਊਨ ਦੇ ਵਿੱਚ ਫਾਸਟ ਫੂਡ ਹੋ ਗਿਆ, ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਚੀਜ਼ਾਂ, ਉਹਨਾਂ ਉੱਤੇ ਟੋਟਲ ਪਾਬੰਦੀ ਲਾ ਦਿੱਤੀ ਆ। ਜਿਸ ਤਰ੍ਹਾਂ ਕਿ ਪਰ ਅਸੀਂ ਹੁਣ ਸਾਨੂੰ ਇਹ ਦੇਖਣ ਵਿੱਚ ਆਇਆ ਕਿ ਜਿਵੇਂ ਕਿ ਕਿਸੇ ਦਾ ਬਰਥਡੇ ਵੀ ਹੁੰਦਾ ਹੈ ਨਾ, ਤਾਂ ਉਹਨਾਂ ਦੇ ਕੋਲ ਮਤਲਬ ਕੇਕ ਅਵੇਲੇਬਲ ਹੁੰਦਾ। ਉਹ ਕਿੱਦਾਂ, ਸਾਨੂੰ ਨਹੀਂ ਇਹ ਹੁਣ ਸਮਝ ਲੱਗੀ। ਪਰ ਜਿੱਥੇ ਤੱਕ ਅਸੀਂ ਸਰਚ ਕੀਤਾ, ਸਾਨੂੰ ਇਹ ਪਤਾ ਲੱਗਿਆ ਕਿ ਜੋ ਲੋਕ ਨੇ, ਕੇਕ ਓਨਰ ਹੋ ਗਏ, ਬੇਕਰੀ ਵਾਲੇ ਹੋ ਗਏ, ਉਹਨਾਂ ਨੇ ਆਪਣਾ ਮਾਰਕੀਟ ਵਿੱਚੋਂ ਸ਼ਾਪ ਬੰਦ ਕਰ ਚੁੱਕੇ ਨੇ, ਪਰ ਉਹੀ ਟੋਟਲ ਸਮਾਨ ਲਿਆ ਕੇ ਘਰ ਵਿੱਚ ਬਣਾ ਕੇ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾ ਰਹੇ ਨੇ। ਬਟ ਫਾਇਦਾ ਕੀ ਹੋਇਆ ਲਾਕਡਾਊਨ ਕਰਨ ਦਾ? ਫਿਰ ਜੇ ਲੋਕਾਂ ਨੂੰ ਉਹੀ ਚੀਜ਼ ਉਸੇ ਘਰ ਤੋਂ ਵੀ ਮਿਲਦੀ ਪਈ, ਉਹੀ ਸ਼ਾਪ ਤੋਂ ਵੀ ਮਿਲਦੀ ਪਈ, ਗੱਲ ਤਾਂ ਉਹੀ ਹੋਈ ਕਿ ਸ਼ਾਪ ਤੋਂ ਚੇਂਜ ਹੋ ਕੇ ਉਹ ਘਰ ਤੇ ਆ ਗਏ, ਪਰ ਸਮਾਨ ਤਾਂ ਸੇਮ ਪ੍ਰੋਵਾਈਡ ਹੋ ਰਿਹਾ। ਦੇਖੋ ਜੀ, ਇਹ ਚੀਜ਼ ਹੈਗੀ ਆ ਹਨਾ। ਆਪਾਂ ਦੇਖਿਆ, ਮੈਂ ਕੁਝ ਕਾਫੀ ਵੀਡੀਓ ਅਪਲੋਡ ਹੋਈਆਂ ਹਨਾ। ਠੀਕ ਆ, ਚਲੋ ਉਹਨਾਂ ਦਾ ਇੱਕ ਰੋਜ਼ਗਾਰ ਆ, ਬਟ ਇਹ ਇੱਕ ਰੋਜ਼ਗਾਰ ਅਸੀਂ ਮੰਨਦੇ ਹਾਂ ਕਿ ਉਹਨਾਂ ਦਾ ਰੋਜ਼ਗਾਰ ਆ, ਪਰ ਜੇ ਉਹੀ ਰੋਜ਼ਗਾਰ ਅਗਲੇ ਨੂੰ ਜ਼ਿਆਦਾ ਪੈਸੇ ਜੇ ਇੱਕ ਕੇਕ ਦੀ ਕੀਮਤ ਜੇ 500 ਰੁਪਏ ਦੀ ਵੀ ਲਾਈਏ ਹਨਾ, ਜੇ ਤੁਹਾਨੂੰ 600 ਰੁਪਏ ਜਾਂ 700 ਰੁਪਏ ਚ ਮਿਲ ਰਿਹਾ, ਤਾਂ ਫਿਰ ਉਹ ਕੀ ਆ? ਦੇਖੋ ਜੀ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਹਾਂ ਵੀ ਹਰੇਕ ਸ਼ੌਪਕੀਪਰ ਹੈਗਾ ਮਿਹਨਤ, ਉਹਨਾਂ ਦੇ ਆਪਣਾ ਸਰਕਲ ਚੱਲਦਾ ਵਾ ਹਨਾ, ਦੁਕਾਨ ਖੋਲੋ, ਕੰਮ ਕਰੋ, ਬਟ ਇੱਕ ਲਿਮਿਟ ਵਿੱਚ ਕਿ ਇੰਨੇ ਟਾਈਮ ਤੋਂ ਲੈ ਕੇ ਇੰਨੇ ਟਾਈਮ ਤੱਕ ਹੀ ਸਿਰਫ ਇਹ ਸ਼ਾਪ ਓਪਨ ਹੋਵੇ। ਇਹ ਚੱਕਰ ਹੈ ਕਿ ਮੇਨ ਇਹ ਗੱਲ ਹੈ ਕਿ ਚਲੋ ਦੇਖਣਾ ਚਾਹੀਦਾ ਕਿ ਮੈਂ ਕਈ ਦੇਖਿਆ ਕਈ ਲੋਕ ਇਦਾਂ ਹੈਗੇ ਆ ਕਿ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਕਿ ਉਹ ਕੀ ਆ, ਇਹ ਆ ਕਿ ਜਿੱਦਾਂ ਦੱਸਿਆ ਕਿ ਜੇ 10 ਰੁਪਏ ਦੀ ਚੀਜ਼ ਆ ਉਹ ਤੁਹਾਨੂੰ 20 ਰੁਪਏ ਚ ਦਊਗੇ, ਜੇ 20 ਰੁਪਏ ਚੀਜ਼ ਆ ਉਹ ਤੁਹਾਨੂੰ 40 ਰੁਪਏ ਚ ਦਊਗੇ ਹਨਾ। ਚਲੋ ਸਰਕਾਰ ਨੇ ਬਹੁਤ ਜਗ੍ਹਾ ਤੇ ਛਾਪੇ ਮਾਰੇ, ਚੀਜ਼ਾਂ ਰੋਕੀਆਂ। ਮੈਂ ਕਈ ਵਾਰੀ ਨਿਊਜ਼ ਸੁਣੀਆਂ, ਮੈਂ ਨਿਊਜ਼ ਸੁਣਦਾ ਵਿੱਚ, ਤੇ ਉਹਦੇ ਵਿੱਚ ਇਹੀ ਚੀਜ਼ਾਂ ਮੈਂ ਸੁਣੀਆਂ ਵਾ ਹਨਾ। ਨੈਕਸਟ, ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਕਣਕਾਂ ਵੱਢਣ ਦਾ ਟਾਈਮ ਸੀਗਾ। ਸਭ ਤੋਂ ਜ਼ਿਆਦਾ ਜੋ ਕਿ ਖੱਜਲ ਖੁਆਰੀ ਹੋਈ ਆ ਉਹ ਹੈ ਕਿਸਾਨੀ ਜੀਵਨ ਦੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੰਮ ਕਰਨ ਦੇ ਲਈ ਖੇਤਾਂ ਵਿੱਚ ਉਹਨਾਂ ਨੂੰ ਔਜ਼ਾਰ ਹੀ ਨਹੀਂ ਅਵੇਲੇਬਲ ਹੋਏ, ਜੇ ਹੋਏ ਤਾਂ ਕਣਕਾਂ ਦੀ ਕਟਾਈ ਲੇਟ ਹੋਈ। ਨੈਕਸਟ ਪ੍ਰਭਾਵ ਪਿਆ ਆ ਪੰਜਾਬ ਦੇ ਟੂਰਿਜ਼ਮ ਤੇ। ਬਹੁਤ ਸਾਰੇ ਲੋਕ, ਜਿਵੇਂ ਕਿ ਹੁਣ ਗਰਮੀਆਂ ਦੀ ਸਟਾਰਟਿੰਗ ਹੀ ਸੀ ਜਿਸ ਦੇ ਦੌਰਾਨ ਲਾਕਡਾਊਨ ਲੱਗ ਗਿਆ, ਔਰ ਬਹੁਤ ਸਾਰੇ ਜੋ ਕਿ ਟੂਰਿਜ਼ਮ ਦੇ ਨਾਲ ਰਿਲੇਟਡ ਕੰਮ ਕਰਨ ਵਾਲੇ ਵਿਅਕਤੀ ਸੀ, ਉਹਨਾਂ ਦਾ ਧੰਦਾ ਵੀ ਬਿਲਕੁਲ ਠੱਪ ਹੋ ਚੁੱਕਿਆ, ਉਹਨਾਂ ਦਾ ਜੀਵਨ ਗੁਜ਼ਾਰਾ ਕਰਨਾ ਵੀ ਔਖਾ ਹੋ ਚੁੱਕਿਆ ਹੈ। ਜਿਵੇਂ ਕਿ ਹੁਣ ਲਾਕਡਾਊਨ ਦੇ ਕਾਰਨ ਲੋਕੀ ਘਰੋਂ ਬਾਹਰ ਨਹੀਂ ਨਿਕਲਦੇ ਪਏ, ਜੋ ਕਿ ਬਿਲਕੁਲ ਸਹੀ ਗੱਲ ਹੈ, ਨਿਕਲਣਾ ਵੀ ਨਹੀਂ ਚਾਹੀਦਾ। ਔਰ ਪਰ ਉਸ ਦੇ ਰਿਲੇਟਡ ਤਾਂ ਇਹੀ ਗੱਲ ਹੈ ਕਿ ਜੇਕਰ ਅਸੀਂ ਘਰੋਂ ਬਾਹਰ ਨਹੀਂ ਜਾਵਾਂਗੇ, ਬੰਦਾ ਜੌਬ ਤੇ ਨਹੀਂ ਜਾਊਗਾ, ਕੋਈ ਹੋਰ ਗਰੀਬ ਕਿਸਾਨ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕਰ ਆ, ਉਹ ਬਾਹਰ ਨਹੀਂ ਜਾਊਗਾ, ਕੰਮ ਨਹੀਂ ਕਰੂਗਾ, ਇਨਕਮ ਆਫ ਸੋਰਸ ਖਤਮ। ਔਰ ਸੇਵਿੰਗ ਜੋ ਕਿ ਹੈ ਲਗਭਗ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਹੈ, ਔਰ ਸੇਵਿੰਗ ਦੇ ਵਿੱਚ ਨਹੀਂ ਗੁਜ਼ਾਰਾ ਚੱਲਦਾ ਪਿਆ ਜਨਤਾ ਦਾ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ, ਸਾਈਡ ਇਫੈਕਟ ਆਫ ਲਾਕਡਾਊਨ। ਔਰ ਪਰ ਜੇ ਅਸੀਂ ਗੱਲ ਕਰੀਏ ਕਿ ਇੱਕ ਵੀਡੀਓ ਬਣਾਉਂਦੇ ਹੀ ਸਾਡੇ ਮਨ 'ਚ ਖਿਆਲ ਆਇਆ ਕਿ ਇੰਨੇ ਸਾਰੇ ਸਾਈਡ ਇਫੈਕਟ ਦੇ ਹੋਣ ਦੇ ਨਾਲ ਇਸ ਦੀ ਪੋਜ਼ਿਟਿਵਿਟੀ ਵੀ ਬਹੁਤ ਜ਼ਿਆਦਾ। ਜੇਕਰ ਲਾਕਡਾਊਨ ਨਾ ਹੋਵੇ ਤਾਂ ਅਸੀਂ ਲੋਕ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਹੋਵਾਂਗੇ, ਇਨਵਾਇਰਨਮੈਂਟ ਨਹੀਂ ਸਾਫ਼ ਹੋਏਗਾ, ਲੋਕੀ ਆਪਣੇ ਪਰਿਵਾਰਾਂ, ਇੱਕ ਪਹਿਲਾਂ ਸੀ ਕਿ ਇੱਕ ਪਰਿਵਾਰ ਦਾ ਜੀ ਕੋਈ ਕਿਤੇ ਕੰਮ ਕਰਨ ਜਾਂਦਾ ਸੀ, ਕੋਈ ਕਿਤੇ ਕੰਮ ਕਰਨ ਜਾਂਦਾ ਸੀ, ਇੱਕ ਦੂਜੇ ਰਿਸ਼ਤਿਆਂ ਲਈ ਟਾਈਮ ਨਹੀਂ ਸੀ। ਹੁਣ ਉਹ ਸਾਡੇ ਕੋਲ ਰਿਸ਼ਤਿਆਂ ਦੇ ਲਈ ਇੱਕ ਟਾਈਮ ਬਚ ਗਿਆ, ਅਸੀਂ ਇੱਕ ਦੂਜੇ ਰਿਸ਼ਤਿਆਂ ਦੇ ਵਿੱਚ ਨੇੜੇ ਆ ਗਏ ਹਾਂ, ਵਾਧੂ ਟਾਈਮ ਦੇ ਰਹੇ ਇੱਕ ਦੂਸਰੇ ਨੂੰ। ਤੇ ਸਾਈਡ ਇਫੈਕਟ ਤਾਂ ਹੈ ਕੁਝ ਚੀਜ਼ਾਂ ਹੈਗੀਆਂ, ਬਟ ਇਹਦੇ ਦੇਖੇ ਪੋਜ਼ਿਟਿਵ ਰਿਜ਼ਲਟ ਹੀ ਬੜੇ ਵਧੀਆ ਨਾ। ਇੱਕ ਬੰਦਾ ਆ ਕੇ ਜਿਹੜਾ ਆਪਣੇ ਕੰਮ ਦੇ ਵਿੱਚ ਇਹਨਾਂ ਬਿਜ਼ੀ ਹੋ ਜਾਂਦਾ ਵਾ ਕਿ ਉਹ
ਆਪਣੇ ਪਰਿਵਾਰ ਨੂੰ ਨਹੀਂ ਮਿਲ ਪਾਉਂਦਾ ਹਨਾ। ਲੋਕਡਾਊਨ ਦੇ ਇਹ ਨਾ ਕਿ ਬੜੇ ਮਤਲਬ ਆਪਸ ਚ ਮਿਲਦੇ ਆ, ਮੇਲ ਮਿਲਾਪ ਵਧਿਆ ਵਾ ਹਨਾ। ਲੋਕਡਾਊਨ ਦੇ ਇਫੈਕਟ ਬੜੇ ਵਧੀਆ ਵੀ ਆ, ਜ਼ਰੂਰੀ ਆਪਾਂ ਸਾਈਡ ਇਫੈਕਟ ਨਾ ਦੇਖੀਏ, ਪੋਜ਼ਿਟਿਵ ਰਿਜ਼ਲਟ ਵੀ ਜ਼ਰੂਰ ਦੇਖੀਏ ਹਨਾ। ਔਰ ਲੋਕਡਾਊਨ ਦੇ ਨਾਲ ਚੱਲੀਏ, ਜਿਵੇਂ ਕਿ ਸਾਡੀਆਂ ਸਰਕਾਰਾਂ ਸਾਨੂੰ ਜਿਵੇਂ ਗਾਈਡੈਂਸ ਪ੍ਰੋਵਾਈਡ ਕਰਦੀਆਂ ਪਈਆਂ, ਉਹਨਾਂ ਦੇ ਨਾਲ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ। ਜੇਕਰ ਬਹੁਤ ਜ਼ਰੂਰੀ ਕੰਮ ਆ ਤਾਂ ਹੀ ਘਰੋਂ ਬਾਹਰ ਨਿਕਲੋ, ਨਹੀਂ ਤਾਂ ਬਾਹਰ ਨਿਕਲਣ ਦੀ ਕੋਈ ਲੋੜ ਨਹੀਂ। ਕਿਉਂਕਿ ਉਹ ਦੇਖੋ ਜੋ ਸਾਡੇ ਭਲੇ ਲਈ ਸੋਚ ਰਹੇ ਆ ਨਾ, ਤੇ ਉਹ ਪਤਾ ਨੇ ਉਹ ਕਿਸ ਨਾਲ ਕੁਝ ਕਰ ਰਹੇ ਆ, ਕਿੰਨਾ ਕੁਝ ਕਰ ਰਹੇ ਕਿ ਹਾਂ ਵੀ ਕਿ ਲੋਕੀ ਬਾਹਰ ਨਾ ਨਿਕਲਣ, ਸਾਰਾ ਕੁਝ ਉਹਨਾਂ ਕੋਲ ਪ੍ਰੋਵਾਈਡ ਹੋਵੇ। ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ, ਤੁਹਾਨੂੰ ਸਾਈਡ ਇਫੈਕਟ ਦੱਸਣ ਦਾ ਮੇਨ ਮਕਸਦ ਇਹੀ ਸੀ ਕਿ ਤੁਸੀਂ ਸਾਈਡ ਇਫੈਕਟ ਤੋਂ ਦੇਖਦੇ ਹੋਏ ਉਸ ਦੀ ਪੋਜ਼ਿਟਿਵਿਟੀ ਵੱਲ ਵੀ ਧਿਆਨ ਦਿਓ ਅਤੇ ਲਾਕਡਾਊਨ ਦੇ ਨਾਲ ਚੱਲੋ। ਸੋ ਇੱਥੇ ਹੀ ਅਸੀਂ ਆਪਣਾ ਅੱਜ ਦਾ ਵਿਸ਼ਾ ਖਤਮ ਕਰਦੇ ਹਾਂ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਨਾ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਨੂੰ ਵੀ ਦਬਾਉਣਾ ਨਾ ਭੁੱਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਅਗਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਹੀ ਪਹੁੰਚ ਸਕਣ। ਥੈਂਕਸ ਫॉर ਵਾਚਿੰਗ।